ਕਬੀਰ ਸਾਹਿਬ ਜੀ ਨੇ ਗੌੜੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ न ਜਾਏ, ਜਲ ਮਹਿ ਅਗਨ ਉਠੀ ਅਦਕਾਏ ਰਹਾਓ। ਕਿ हे ਮਾਧੋ ਜਲ ਕੀ ਪਿਆਸ न ਜਾਏ। ਪਿੱਛੇ ਵੀ ਬਚਨ ਜਲ ਬਾਰੇ ਆਇਆ ਸੀ ਕਿ ਜਦੋਂ ਆਤਮਾ ਨੂੰ ਪਤਾ ਲੱਗਦਾ ਹੈ, ਆਤਮਾ ਦੇ ਅੰਦਰ ਇਹ ਸੋਝੀ ਆਉਂਦੀ ਹੈ ਵੀ ਜਿਹੜੀ ਮੈਨੂੰ ਤ੍ਰਿਸ਼ਨਾ ਦੀ ਅੱਗ ਹੈ ਉਹ ਸਾੜਦੀ ਹੈ। ਮਾਇਆ ਅਗਨ ਸਭ ਏਕੋ ਜਿਹੀ, ਕਿ ਜਿਹੜੀ ਮਾਇਆ ਹੈ ਉਹ ਅਗਨ ਦਾ ਹੀ ਰੂਪ ਹੈ ਵੀ ਜਿਹਦੇ ਨਾਲ ਮੇਰੀ ਆਤਮਾ ਹੈ ਉਹ ਸੜਦੀ ਹੈ। ਸੜਦੀ ਕੀ ਹੈ? ਅਗਿਆਨਤਾ ਵਿੱਚ ਜਾਂਦੀ ਹੈ, ਭਰਮ ਵਿੱਚ ਚਲੇ ਜਾਂਦੀ ਹੈ, ਸੁਗਿਆਨ ਨਹੀਂ ਰਹਿੰਦਾ। ਜਦੋਂ ਸੋਝੀ ਆਈ, ਕਹਿੰਦੇ ਮਾਧੋ ਆਪਣੇ ਮੂਲ ਨੂੰ ਆਖਦੇ ਹੈ ਕਿ ਜਲ ਕੀ ਪਿਆਸ ਨਾ ਜਾਏ, ਵੀ ਹੁਣ ਪਿਆਸ ਜਾਂਦੀ ਹੀ ਨਹੀਂ। ਹੁਣ ਤੀਬਰ ਇੱਛਾ ਵਧੀ ਜਾਂਦੀ ਹੈ ਕਿਉਂਕਿ ਆਨੰਦ ਹੀ ਬੜਾ ਹੈ। ਜਲ ਮਹਿ ਅਗਨ ਉਠੀ ਅਦਕਾਏ, ਹੁਣ ਅੱਗ ਅੰਦਰ ਜ਼ਰੂਰ ਹੈ। ਅੱਗ ਪਹਿਲਾਂ ਵੀ ਸੀ, ਅੱਗ ਹੁਣ ਵੀ ਹੈ। ਹੁਣ ਕੀ ਹੈ? ਤਿੱਥੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਹੁਣ ਪ੍ਰਚੰਡ ਗਿਆਨ ਹੈ ਕਿ ਮਾਇਆ ਨੂੰ ਸਾੜਦੀ ਹੈ। ਜਿਵੇਂ ਕੁਠਾਲੀ ਦੇ ਵਿੱਚ ਸੋਨਾ ਪਾ ਕੇ ਅੱਗ ਦੇ ਉੱਤੇ ਰੱਖਿਆ ਜਾਂਦਾ ਹੈ, ਵਿੱਚ ਸੁਹਾਗਾ ਪਾਇਆ ਜਾਂਦਾ ਹੈ, ਤਾਂ ਉਹ ਜਦੋਂ ਅੱਗ ਬਲਦੀ ਹੈ ਤਾਂ ਸੋਨੇ ਵਿੱਚ ਜਿੰਨੀ ਖੋਟ ਹੁੰਦੀ ਹੈ ਸਾਰੀ ਸੜ ਜਾਂਦੀ ਹੈ, ਸੋਨਾ ਸੋਨਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਹੁਣ ਜਿਹੜੀ ਤ੍ਰਿਸ਼ਨਾ ਦੀ ਅੱਗ ਨਹੀਂ ਅੰਦਰ ਉੱਠਦੀ, ਹੁਣ ਅੱਗ ਗਿਆਨ ਦੀ ਪ੍ਰਚੰਡ ਅਗਨੀ ਹੈ ਕਿ ਹੁਣ ਮਾਇਆ ਸੜ ਰਹੀ ਹੈ। ਪਹਿਲਾਂ ਗਿਆਨ ਸੜਦਾ ਸੀ। ਜਲ ਮਹਿ ਅਗਨ, ਦੇਖੋ ਜਲ ਦੇ ਅੰਦਰ ਅਗਨ ਹੈ, ਭਾਵ ਕਿ ਜਿਹੜਾ ਨਾਮ ਹੈ ਉਹਦੇ ਵਿੱਚ ਸ਼ਕਤੀ ਹੈ। ਜਿਹੜਾ ਸੁਗਿਆਨ ਪ੍ਰਾਪਤ ਕੀਤਾ ਉਹਦੇ ਅੰਦਰ ਸ਼ਕਤੀ ਹੈ। ਅਗਨ ਉੱਠੀ ਅਦਕਾਏ, ਬੜੀ ਅੱਗ ਪੈਦਾ ਹੋ ਗਈ, ਬੜੀ ਹੀ ਸੋਝੀ ਆ ਗਈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਇਹ ਵੀ ਕਬੀਰ ਸਾਹਿਬ ਜੀ ਨੇ ਕਿਹਾ ਕਿ ਗਿਆਨ ਦੀ ਹਨੇਰੀ ਆ ਗਈ। ਇੰਨੀ ਜ਼ਿਆਦਾ ਹਨੇਰੀ ਆ ਕਿ ਸਭ ਕੁਛ ਉਡਾ ਕੇ ਰੱਖਤਾ। ਆਂਦੀ ਪਾਛੈ ਜੋ ਜਲ ਵਰਸੈ ਤੇ ਤੇਰਾ ਜਨ ਭੀਨਾ। ਫਿਰ ਆਂਦੀ ਤੋਂ ਬਿਨ ਪਿੱਛੋਂ ਫਿਰ ਜਲ ਵਰਸਦਾ ਹੈ। ਭਾਵ ਕਿ ਪਹਿਲਾਂ ਜਿੰਨਾ ਕੁ ਗਿਆਨ ਇਹਨੇ ਲੈਣਾ ਆਪਣਾ ਆਤਮਾ ਨੇ ਪ੍ਰਾਤਮਾ ਨਾਲ ਜੁੜਨ ਦਾ, ਉਨਾ ਕੀ ਲੋੜ ਹੈ। ਜਦੋਂ ਉਨਾ ਕੁ ਕਿਣਕਾ ਹੀ ਹੈ, ਉਹ ਜਦੋਂ ਉਨਾ ਕੁ ਗਿਆਨ ਲੈ ਲੈਂਦਾ, ਉਸ ਤੋਂ ਬਾਅਦ ਫਿਰ ਸੁਗਿਆਨ ਆਉਂਦਾ ਹੈ। ਉਹ ਨਾਮ ਹੈ, ਉਹ ਤੁਰਕੀ ਬਾਣੀ ਹੈ, ਉਹ ਸ਼ਬਦ ਹੈ, ਉਹ ਫਿਰ ਹਿਰਦੇ 'ਚੋਂ ਪ੍ਰਗਟ ਹੋ ਜਾਂਦਾ ਹੈ। ਉਹ ਅਦਕਾਏ ਹੈ, ਉਹਦੇ ਬਾਰੇ ਵਿਖਿਆਨ ਕਰਨਾ ਔਖਾ ਹੈ। ਰਹਾਓ ਤੂੰ ਜਲ ਨਿਧ ਹਉ ਜਲ ਕਾ ਮੀਨ। ਤੂੰ ਤਾਂ ਜਲ ਦਾ ਖਜ਼ਾਨਾ ਹੈ, ਤੂੰ ਤਾਂ ਨਾਮ ਰੂਪੀ ਖਜ਼ਾਨਾ ਹੈ। ਹਉ ਜਲ ਕਾ ਮੀਨ, ਕਹਿੰਦੇ ਮੈਂ ਉਸ ਜਲ ਦਾ ਇੱਕ ਮੀਨ ਦੀ ਤਰ੍ਹਾਂ ਹੈ। ਜਿਵੇਂ ਇੱਕ ਮੱਛੀ ਹੈ, ਉਹ ਪਾਣੀ ਦੇ ਵਿੱਚ ਹੀ ਪੈਦਾ ਹੁੰਦੀ ਹੈ, ਪਾਣੀ ਹੀ ਉਹਦਾ ਜੀਵਨ ਹੈ। ਉਹ ਇੰਨੇ ਪਾਣੀ 'ਚ ਰਹਿ ਕੇ ਵੀ ਉਹਦੀ ਪਾਣੀ ਦੀ ਤੜਫ ਨਹੀਂ ਮੁੱਕਦੀ, ਪਿਆਸ ਨਹੀਂ ਮੁੱਕਦੀ। ਮਾੜੀ ਜਿਹੀ ਪਾਣੀ 'ਚੋਂ ਬਾਹਰ ਕੱਢੋ, ਤੜਫਦੀ ਹੈ। ਕਹਿੰਦੇ ਹੁਣ ਜਦੋਂ ਮੈਂ ਹੁਕਮ 'ਚ ਆ ਗਿਆ, ਮੈਨੂੰ ਹੁਕਮ ਦੀ ਸੋਝੀ ਆ ਗਈ, ਤੇ ਕੀ ਹੁਕਮ ਹੀ ਸਾਰਾ ਕੁਛ ਹੈ। ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਹੈ, ਕਿ ਤਾਂ ਸਾਰਾ ਕੁਛ ਹੁਕਮ 'ਚ ਵਰਤ ਰਿਹਾ। ਮੇਰੀ ਆਪਣੀ ਹੋਂਦ ਖਤਮ ਹੋ ਗਈ, ਹੁਕਮ ਦੇ ਵਿੱਚ ਮੈਂ ਐਸਾ ਲਵਲੀਨ ਹੋ ਗਿਆ ਕਿ ਹੁਕਮ ਦੇ ਵਿੱਚ ਹੀ ਮੇਰਾ ਜੀਵਨ ਹੈ। ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮੈਂ ਰਹੋ ਜਲਹਿ ਬਿਨ ਖੀਨ। ਕਹਿੰਦੇ ਹੁਣ ਹੁਕਮ 'ਚ ਹੀ ਰਹਿਣਾ, ਵੀ ਜੇ ਮੜ ਜਾ ਵੀ ਹੁਕਮ 'ਚੋਂ ਪਰੇ ਹੁੰਨਾ, ਉਸੇ ਵੇਲੇ ਤਕਲੀਫ ਹੁੰਦੀ ਹੈ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੈ। ਫਿਰ ਵਿਛੜਦਾ, ਚੋਟਾਂ ਖਾਂਦਾ, ਆਪਣੀ ਇੱਛਾ ਹੀ ਬਦਲਦਾ ਨਾ।
ਜੇ ਹੁਣ ਆਪਣੀ ਇੱਛਾ ਹੀ ਇਮਾਨਦਾਰੀ ਵਾਲੀ ਰੱਖੇ ਤਾਂ ਫਿਰ ਕੋਈ ਤਕਲੀਫ ਨਹੀਂ। ਜਦੋਂ ਆਪਣੀ ਇੱਛਾ ਦੇ ਵਿੱਚ ਮਾੜੀ ਮੋਟੀ ਬੇਈਮਾਨੀ ਆਉਂਦੀ ਹੈ, ਖੋਟ ਆਉਂਦੀ ਹੈ, ਫਿਰ ਤਕਲੀਫ ਹੁੰਦੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਤੂੰ ਪਿੰਜਰ ਹਾਂ ਸੂਅਟਾ ਤੋਰ, ਵੀ ਤੂੰ ਪਿੰਜਰ ਹੈ। ਪਿੰਜਰ ਕੀ ਹੈ? ਹੁਕਮ। ਪਿੰਜਰਾ ਹੁਕਮ ਦਾ, ਹੁਕਮ ਦੇ ਅੰਦਰ ਚਲੇ ਗਿਆ। ਸੂਅਟਾ, ਸੂਅਟਾ ਕੌਣ ਹੈ? ਮਨ। ਜਿਹੜਾ ਸਾਡਾ ਮੂਲ ਹੈ ਉਹ ਪਿੰਜਰ ਹੈ। ਪਿੰਜਰ ਦੇ ਅੰਦਰ ਜਿਹੜਾ ਹੈਗਾ ਸੂਅਟਾ, ਸੂਅਟਾ ਮਨ ਉਹਦੇ ਵਿੱਚ ਹੈ। ਹੁਣ ਜਿੰਨਾ ਚਿਰ ਮਨ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਹੁਕਮ ਦੇ ਵਿੱਚ, ਉਹਨਾਂ ਚਿਰ ਕੋਈ ਡਰ ਨਹੀਂ ਹੈ। ਜਿਵੇਂ ਇੱਕ ਤੋਤਾ ਜਿੰਨਾ ਚਿਰ ਉਹ ਪਿੰਜਰੇ 'ਚ ਹੈ ਉਹਨੂੰ ਬਿੱਲੇ ਦਾ ਕੋਈ ਡਰ ਨਹੀਂ ਹੈ। ਤੋਤਾ ਪਿੰਜਰੇ ਦੇ ਵਿੱਚ ਕੈਦ ਨਹੀਂ ਹੈ, ਸਗੋਂ ਸੇਫ ਹੈ। ਪਰ ਸਾਨੂੰ ਲੱਗਦਾ ਵੀ ਤੋਤਾ ਪਿੰਜਰੇ 'ਚ ਕੈਦ ਹੋ ਗਿਆ। ਤਾਂ ਹੀ ਤਾਂ ਪਾਤਸ਼ਾਹ ਨੇ ਬੰਦ ਖਲਾਸੀ ਭਾਣੇ ਹੋਏ। ਕਹਿੰਦੇ ਬੰਦ ਖਲਾਸੀ ਹੈ ਨਾ ਜਿਹੜੀ ਤੇਰੀ, ਉਹ ਤੂੰ ਭਾਣੇ 'ਚ ਚਲੇ ਜਾਵੇਂ, ਭਾਵ ਕਿ ਹੁਕਮ ਦੇ ਵਿੱਚ ਚਲਾ ਜਾਵੇਂ, ਉਹਦੇ ਵਿੱਚ ਬੰਦ ਹੋ ਜਾਵੇਂ, ਫਿਰ ਤੇਰਾ ਖਹਿੜਾ ਛੁੱਟੂਗਾ। ਜੇ ਤੂੰ ਹੁਕਮ ਦੇ ਵਿੱਚ ਹੀ ਨਹੀਂ ਬਾਉਂਡ ਹੋਇਆ ਫਿਰ ਤੇਰਾ ਖਹਿੜਾ ਨਹੀਂ ਛੁੱਟੂਗਾ। ਤੂੰ ਪਿੰਜਰ ਹਾਂ ਸੂਅਟਾ ਤੋਰ, ਸੂਅਟਾ ਪੜਾਵਤ ਗਨਕਾ ਤਰੀ। ਉੱਥੇ ਵੀ ਗੱਲ ਇਹੀ ਹੈ। ਹੁਣ ਜਿਹੜੀ ਗਨਕਾ ਬੁੱਧੀ ਹੈ ਉਹ ਮਨ ਨੂੰ ਪੜਾਉਂਦੀ ਹੈ, ਮਨ ਨੂੰ ਪੜ੍ਹਾਈ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਪੜ੍ਹਾਈ ਜਾਂਦੀ ਹੈ। ਉਹ ਆਪ ਹੀ ਅਸਲ ਵਿੱਚ ਤਾਂ ਉਹ ਆਪਣੇ ਆਪ ਹੀ ਗਿਆਨ ਲਈ ਜਾਂਦੀ ਹੈ, ਉਹ 'ਤੇ ਉਤਰ ਜਾਂਦੀ ਹੈ। ਤੂੰ ਪਿੰਜਰ ਹਾਂ ਸੂਅਟਾ ਤੋਰ, ਵੀ ਮੈਂ ਤਾਂ ਤੇਰਾ ਹੀ ਹਾਂ। ਜਮ ਮਝਾਰ ਕਹਾਂ ਕਰੈ ਮੋਰ। ਕਹਿੰਦੇ ਜਿਹੜਾ ਹੁਣ ਭਰਮ ਹੈ ਉਹ ਮੇਰਾ ਕੀ ਕਰ ਸਕਦਾ? ਜਿਹੜਾ ਭਰਮ ਰੂਪੀ ਬਿੱਲਾ ਹੈ ਜਾਂ ਸੱਪ ਹੈ ਜਾਂ ਕੋਈ ਗਿੱਦੜ ਹੈ, ਬਘਿਆੜ ਹੈ, ਕੁਛ ਵੀ ਹੈ, ਉਹ ਕੁਛ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਮੈਨੂੰ ਕਿਸੇ ਤਰੀਕਿਓਂ ਭਰਮ ਆ ਕੇ ਡਰਾਵੇ ਤੇ ਮੈਂ ਡਰਨਾ ਹੀ ਨਹੀਂ, ਕਿਉਂਕਿ ਮੈਂ ਸੇਫ ਹਾਂ। ਕਹਾਂ ਕਰੇ ਮੋਰ, ਮੇਰਾ ਕੀ ਵਿਗਾੜ ਸਕਦਾ? ਕਿਉਂਕਿ ਮੈਂ ਭਾਣੇ 'ਚ, ਮੈਂ ਉਹਦੀ ਰਜ਼ਾ 'ਚ ਹੈ। ਜਿੰਨਾ ਚਿਰ ਆਤਮਾ ਉਹਦੀ ਰਜ਼ਾ 'ਚ ਨਹੀਂ ਰਹਿੰਦੀ ਉਨਾ ਚਿਰ ਉਹਨੂੰ ਡਰ ਹੈ। ਤੂੰ ਤਰਬਰ ਹਾਂ ਪੰਖੀ ਆਏ। ਦੂਜੀ ਉਦਾਹਰਨ ਪਾਤਸ਼ਾਹ ਦਿੰਦੇ ਆ ਸਾਨੂੰ ਸਮਝਾਉਣ ਵਾਸਤੇ ਕਿ ਤੂੰ ਤਰਬਰ ਹਾਂ ਪੰਖੀ ਆਏ। ਹੁਣ ਇੱਥੇ ਦਰਖਤ ਕਹਿਤਾ ਵੀ ਤੂੰ ਇੱਕ ਦਰਖਤ ਦੀ ਨਿਆਈ ਹੈ ਕਿ ਮੈਂ ਇੱਕ ਪੰਛੀ ਦੀ ਤਰ੍ਹਾਂ ਮੈਂ ਉੱਤੇ ਤੇ ਬੈਠਾ। ਜਿੰਨਾ ਚਿਰ ਦਰਖਤ ਤੇ ਬੈਠਾ ਉੱਥੇ ਛਾਂ ਵੀ ਹੈ, ਖਾਣ ਨੂੰ ਵੀ ਕੁਛ ਨਾ ਕੁਛ ਮਿਲਦਾ ਹੈ, ਮੀਂਹ ਹਨੇਰੀ ਤੋਂ ਵੀ ਬਚਤ ਹੈ। ਹਰ ਇੱਕ ਤਰੀਕੇ ਨਾਲ ਪੰਛੀ ਦਰਖਤ ਤੇ ਸੇਫ ਹੈ। ਇਸੇ ਤਰ੍ਹਾਂ ਹੀ ਹਰ ਇੱਕ ਆਤਮਾ ਜਦੋਂ ਹੁਕਮ ਦੇ ਵਿੱਚ ਹੈ, ਹੁਕਮ ਦੀ ਛਾਇਆ ਹੇਠ ਹੈ। ਛਾਇਆ ਪ੍ਰਭ ਛਤਰਪਤ ਕਿੰਨੀ ਸਗਲੀ ਤਪਤ ਬਿਨਾਸੀ ਰਾਮ। ਫਿਰ ਕਿਸੇ ਕਿਸਮ ਦਾ ਕੋਈ ਭੈ ਨਹੀਂ ਹੈ। ਤੂੰ ਤਰਵਰ ਹਾਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਆਏ। ਉਹ ਮੰਦੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੂੰ ਤੇਰਾ ਦਰਸ਼ਨ ਨਹੀਂ ਹੁੰਦਾ, ਜਿਹੜੇ ਹੁਕਮ ਨੂੰ ਨਹੀਂ ਜਾਣ ਸਕਦੇ, ਜਿਨ੍ਹਾਂ ਨੇ ਨਾਮ ਨਹੀਂ ਪ੍ਰਾਪਤ ਕੀਤਾ, ਜਿਨ੍ਹਾਂ ਨੇ ਆਪਣੇ ਆਪ ਦਾ ਸੁਗਿਆਨ ਨਹੀਂ ਪ੍ਰਾਪਤ ਕੀਤਾ। ਉਹਨਾਂ ਦਾ ਜਿਹੜਾ ਭਾਗ ਹੈ ਉਹਦੇ ਵਿੱਚ ਮੰਦ ਹੈ। ਮੰਦ ਕੀ ਹੈ? ਵਾਸ਼ਨਾ ਹੈ। ਉਸ ਹਿਰਦੇ ਦੇ ਅੰਦਰ ਵਾਸ਼ਨਾ ਮਨ ਹੈ। ਉਹਨਾਂ ਨੂੰ ਤੇਰੋ ਦਰਸ਼ਨ ਨਾ ਹੈ, ਤੇਰੀ ਸੋਝੀ ਆਉਂਦੀ ਹੀ ਨਹੀਂ ਹੈਗੀ, ਪਤਾ ਹੀ ਨਹੀਂ ਲੱਗਦਾ। ਦਰਸ਼ਨ ਦਾ ਅਰਥ ਹੁੰਦਾ ਸੋਝੀ ਆ ਜਾਣੀ। ਹੁਣ ਜੇ ਅਗਲਾ ਕਹੇ ਵੀ ਦਰਸ਼ਨ ਦਾ ਅਰਥ ਤੁਸੀਂ ਨਾਮ ਕਿਵੇਂ ਕਰਤਾ, ਜਾਂ ਆਪਣੇ ਕੋਲੋਂ ਹੀ ਅਰਥ ਕਰੀ ਜਾਂਦੇ ਹੋ, ਤਾਂ ਆਪਾਂ ਗੁਰਬਾਣੀ ਤੋਂ ਹੀ ਪੁੱਛਾਂਗੇ। ਗੁਰਬਾਣੀ ਕਹਿੰਦੀ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ। ਹੁਣ ਉੱਥੇ ਆ ਗਿਆ ਵੀ ਨਾਨਕ ਜੀ ਇਹ ਗੱਲ ਕਹਿੰਦੇ ਨਾਮ ਮਿਲੇ ਤਾਂ ਜੀਵਾਂ, ਵੀ ਜੇ ਮੈਨੂੰ ਨਾਮ ਮਿਲਿਆ ਹੈ ਤਾਂ ਮੈਂ ਜਿਉਣਾ। ਹੁਣ ਗੁਰਬਾਣੀ ਉਹ ਕਹਿੰਦੀ ਹੈ ਦਰਸ਼ਨ ਦੇਖ ਦੇਖ ਜੀਵਾਂ। ਹੁਣ ਉੱਥੇ ਦਰਸ਼ਨ ਆ ਗਿਆ, ਉੱਥੇ ਨਾਮ ਆ ਗਿਆ। ਕਿਵੇਂ ਆਪਣੀ ਮਰਜ਼ੀ ਨਾਲ ਅਰਥ ਹੋ ਜਾਊਗਾ? ਗੁਰਬਾਣੀ ਦਾ ਅਰਥ ਹੈ ਜਿਹੜਾ, ਇਹ ਗੁਰਬਾਣੀ ਅਸਲ ਵਿੱਚ ਅਰਥ ਹੀ ਨੇ। ਅਰਥਾਂ ਦਾ ਕਦੇ ਵੀ ਅਰਥ ਨਹੀਂ ਹੁੰਦਾ ਅਰਥਾਂ ਦੀ ਹਮੇਸ਼ਾ ਵਿਚਾਰ ਹੁੰਦੀ ਹੈ। ਗੁਰਬਾਣੀ ਬਾਣੀ ਦਾ ਅਰਥ ਹੈ। ਗੁਰਬਾਣੀ ਅੱਖਰਾਂ ਵਿੱਚ ਲਿਖ ਕੇ ਦਿੱਤਾ ਹੋਇਆ ਸੁਗਿਆਨ ਹੈ। ਕਦੇ ਵੀ ਸੁਗਿਆਨ ਦੀ ਵਿਚਾਰ ਕੀਤੀ ਜਾਂਦੀ ਹੈ, ਸੁਗਿਆਨ ਦੇ ਅਰਥ ਨਹੀਂ ਕਰੇ ਜਾਂਦੇ। ਅਸੀਂ ਗੁਰਬਾਣੀ ਦੇ ਅਰਥ ਕਰਨ ਲੱਗ ਗਏ। ਗੁਰਬਾਣੀ ਦੇ ਅਰਥ ਥੋੜ੍ਹੋ ਕਰਨੇ। ਗੁਰਬਾਣੀ ਦਾ ਸਮਝਣ ਦਾ ਵਿਸ਼ਾ ਹੈ।
ਅਰਥਾਂ ਦਾ ਵਿਸ਼ਾ ਤਾਂ ਹੈ ਹੀ ਨਹੀਂ ਗੀ। ਫਿਰ ਅਸੀਂ ਅਰਥਾਂ ਦੇ ਵਿੱਚ ਕਿਸੇ ਨੇ ਕੋਈ ਅਰਥ ਕਰ ਲਿਆ, ਕਿਸੇ ਨੇ ਕੋਈ ਕਰ ਲਿਆ। ਕੋਈ ਕਹਿੰਦਾ ਜੀ 4 ਅਰਥ ਹੁੰਦੇ ਆ, ਇਹ ਅਵਸਥਾ ਦੇ ਮੁਤਾਬਕ ਹੁੰਦੇ ਆ। ਅਵਸਥਾ ਕੀ ਹੈ? ਕੋਈ ਡਿਫਾਈਨ ਨਹੀਂ ਕਰਦਾ ਵੀ ਅਵਸਥਾ ਕੀ ਹੁੰਦੀ ਹੈ। ਉਹ ਸਭ ਸਨਾਤਨ ਮਤ ਦੀਆਂ ਗੱਲਾਂ ਕਰਦੇ ਨੇ, ਗੁਰਬਾਣੀ ਦੀਆਂ ਗੱਲਾਂ ਨਹੀਂ ਕਰਦੇ। ਤਾਂ ਹੀ ਪਾਤਸ਼ਾਹ ਨੇ ਕੱਲੀ ਕਾਲੀ ਗੱਲ ਸਾਨੂੰ ਸਮਝਾਈ ਹੈ ਕਿ ਮੰਦਭਾਗੀ ਤੇਰੋ ਦਰਸ਼ਨ ਨਾ ਹੈ। ਉਹਨਾਂ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਵਾਸ਼ਨਾਵਾਂ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਹੀ ਨਹੀਂ ਆਉਂਦੀ। ਆਪਣੇ ਆਪ ਦਾ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੌਣ ਹਾਂ। ਪਰ ਪਾਤਸ਼ਾਹ ਹੁਣ ਅਗਲੇ 'ਚ ਬਚਨ 'ਚ ਦੱਸਦੇ ਆ, ਕਹਿੰਦੇ ਤੂੰ ਸਤਿਗੁਰ ਹਉ ਨੌ ਤਨ ਚੇਲਾ। ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਤੂੰ ਸਤਿਗੁਰ ਹੈ, ਵੀ ਤੂੰ ਸੱਚ ਦਾ ਸੁਗਿਆਨ ਦੇਣ ਵਾਲਾ ਹੈ। ਹਉ ਨੌ ਤਨ ਚੇਲਾ, ਮੈਂ ਤਾਂ ਤੇਰਾ ਨਵਾਂ ਹੀ ਨਵਾਂ ਹੁਣ ਸੇਵਕ ਬਣਿਆ, ਨਵਾਂ ਚੇਲਾ ਬਣਿਆ ਮੈਂ ਤੇਰਾ। ਕਿਉਂਕਿ ਨਵੀਂ ਨਵੀਂ ਸੋਝੀ ਆਈ ਹੈ ਕਿ ਤੂੰ ਹੀ ਤਾਂ ਸਤਿਗੁਰ ਹੈ, ਹੋਰ ਤਾਂ ਕੋਈ ਸਤਿਗੁਰ ਨਹੀਂ ਨਹੀਂ। ਜਦੋਂ ਆਪਣੇ ਆਪ ਨੂੰ ਪਛਾਣ ਲਿਆ, ਜਾਣ ਲਿਆ, ਕਬੀਰ ਸਾਹਿਬ ਜੀ ਕਹਿੰਦੇ, ਤੇ ਫਿਰ ਮੈਨੂੰ ਪਤਾ ਲੱਗਿਆ ਵੀ ਤੂੰ ਹੀ ਤਾਂ ਸਭ ਕੁਛ, ਆਪ ਹੀ ਤੂੰ ਚੇਲਾ ਹੈ, ਆਪ ਹੀ ਤੂੰ ਗੁਰ ਹੈ। ਗੁਰ ਚੇਲੇ ਕੀ ਸੰਧ ਮਿਲਾਈ, ਆਪ ਹੀ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪ ਹੀ ਗੁਰ ਹੈ, ਆਪ ਹੀ ਚੇਲਾ ਹੈ। ਜਿਹੜਾ ਸਾਡਾ ਮੂਲ ਹੈ ਉਹ ਗੁਰ ਹੈ। ਜਿਹਨੇ ਗੁਰ ਲੈਣਾ ਉਹ ਚੇਲਾ ਹੈ, ਉਹ ਮਨ ਹੈ। ਮਨ ਨੇ ਸਿੱਖਿਆ ਲੈਣੀ ਹੈ। ਵਿਦਿਆਰਥੀ ਹੀ ਟੀਚਰ ਬਣ ਜਾਂਦਾ ਹੈ, ਪਰ ਜਿੰਨਾ ਚਿਰ ਪੜ੍ਹਦਾ ਵਿਦਿਆਰਥੀ ਹੈ, ਜਦੋਂ ਕੋਰਸ ਪੂਰਾ ਕਰ ਲੈ ਟੀਚਰ ਹੈ। ਇਸੇ ਤਰ੍ਹਾਂ ਹੀ ਜਿੰਨਾ ਚਿਰ ਸੁਗਿਆਨ ਲੈਂਦੀ ਹੈ ਉਹਨਾਂ ਚਿਰ ਆਤਮ ਹੈ, ਜਦੋਂ ਸੁਗਿਆਨ ਲੈ ਲਿਆ ਉਦੋਂ ਇਹ ਪ੍ਰਾਤਮ ਹੈ। ਤੂੰ ਸਤਿਗੁਰ, ਸੱਚਖੰਡ ਵਾਲਿਆਂ ਨੇ ਸਾਨੂੰ ਦੱਸਿਆ, ਗੁਰਮੁਖਾਂ ਨੇ, ਵੀ ਤੂੰ ਹੀ ਸਤਿਗੁਰ ਹੈ। ਸਤਿਗੁਰ ਤੇ ਖਾਲੀ ਕੋ ਨਹੀਂ, ਹਰ ਇੱਕ ਦੀ ਆਤਮਾ ਹੀ ਸਤਿਗੁਰ ਹੈ। ਸਤਿਗੁਰ ਕੀ ਹੁੰਦਾ? ਜਿਹੜਾ ਸਤ ਸਰੂਪ ਹੈ। ਹੁਣ ਸਾਡੀ ਪ੍ਰਾਤਮਾ ਸਤ ਸਰੂਪ ਹੈ, ਪਰ ਉਹਦੀ ਇੱਛਾ ਗਲਤ ਹੈ। ਬੱਚਾ ਸਕੂਲ ਪੜ੍ਹਦਾ ਹੈ, ਪਰ ਉਹਦਾ ਧਿਆਨ ਨਹੀਂ ਪੜ੍ਹਾਈ 'ਚ। ਜੋ ਬੱਚਾ ਪੜ੍ਹਾਈ 'ਚ ਧਿਆਨ ਰੱਖੇ ਤਾਂ ਪਾਸ ਹੋ ਸਕਦਾ। ਜੇ ਬੱਚੇ ਦਾ ਧਿਆਨ ਨਹੀਂ ਪੜ੍ਹਾਈ 'ਚ ਤਾਂ ਫੇਲ ਹੋ ਜਾਊਗਾ। ਇਸੇ ਤਰ੍ਹਾਂ ਹੀ ਅਸੀਂ, ਜੇ ਸਾਡਾ ਧਿਆਨ ਹੁਕਮ 'ਚ ਹੈ, ਭਾਣੇ 'ਚ ਹੈ, ਰਜਾ 'ਚ ਹੈ, ਤਾਂ ਅਸੀਂ ਸਤਿਗੁਰ ਹਾਂ। ਜੇ ਸਾਡਾ ਧਿਆਨ ਮਾਇਆ 'ਚ ਹੈ, ਭਾਣੇ ਤੋਂ ਉਲਟ ਹੈ, ਫਿਰ ਅਸੀਂ ਸਤਿਗੁਰ ਨਹੀਂ ਹੈਗੇ। ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹੀ ਕਬੀਰ ਮਿਲ ਅੰਤ ਕੀ ਵੇਲਾ। ਕਬੀਰ ਸਾਹਿਬ ਜੀ ਨੂੰ ਸੱਚਖੰਡ ਵਾਲਿਆਂ ਨੇ ਕਿਹਾ ਵੀ ਤੂੰ ਇਹ ਗੱਲ ਕਹੀ, ਇਹਨਾਂ ਨੂੰ ਜਾ ਕੇ ਸਮਝਾ ਕੇ ਮਿਲੋ। ਅੰਤ ਕੀ ਵੇਲਾ, ਇਹ ਤੁਹਾਡੇ ਕੋਲ ਬਾਰੀ ਹੈ ਵੀ ਇਹੀ ਗੱਲ ਤੂੰ ਜਾ ਕੇ ਕਹਿਣੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸੇ ਗੱਲਾਂ ਦੀ ਵਿਆਖਿਆ ਕੀਤੀ ਗਈ ਹੈ। ਕਬੀਰ ਸਾਹਿਬ ਦੀ ਜਿੰਨੀ ਵੀ ਗੁਰਬਾਣੀ ਉਹਨਾਂ ਨੇ ਲਿਖ ਕੇ ਦਿੱਤੀ, ਅਰਥ ਕੀਤੇ, ਉਹੀ ਵਿਚਾਰਾਂ ਗਾਹਾਂ ਕੀਤੀਆਂ ਗਈਆਂ ਨੇ। ਸਾਰੀ ਗੁਰਬਾਣੀ ਦੇ ਅੰਦਰ ਸਮਝਾਇਆ ਹੀ ਗਿਆ, ਵੱਖੋ ਵੱਖਰੇ ਤਰੀਕਿਆਂ ਨਾਲ ਸਮਝਾਇਆ ਗਿਆ, ਪਰ ਸਮਝਾਇਆ ਇੱਕ ਵਾਰ ਹੀ ਗਿਆ, ਦੂਜੇ ਵਾਰੀ ਨਹੀਂ, ਕਿਉਂਕਿ ਦੂਜੀ ਤਾਂ ਮਾਇਆ, ਦੂਜਾ ਤਾਂ ਭਰਮ ਹੈ। ਸੋ ਕਹੇ ਕਬੀਰ ਮਿਲ ਅੰਤ ਕੀ ਵੇਲਾ, ਕਹਿੰਦੇ ਆ ਵਾਰੀ ਹੈ, ਤੁਹਾਡੇ ਕੋਲ ਸਮਾਂ, ਤੁਸੀਂ ਆਪਣੇ ਆਪੇ ਨੂੰ ਜਾਣੋ ਤਾਂ ਕਿ ਤੁਹਾਨੂੰ ਸੋਝੀ ਆ ਸਕੇ। ਸੋ ਇੱਥੋਂ ਤੱਕ ਇਸ ਸ਼ਬਦ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੇ ਸ਼ਬਦ ਦੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।